ਬੌਸ ਜੀ ਆਲੂ ਦਾ ਬੀਜ ਕਿਹੜਾ ਲਾਣਾ ਚਾਹੀਦਾ? ਬਹੁਤ ਅੱਛਾ ਸਵਾਲ ਹੈ। ਦੇਖੋ ਆਲੂ ਲਾਉਣ ਵਾਲੇ ਵੀ ਇਸ ਗੱਲ ਤੇ ਪਰੇਸ਼ਾਨ ਨੇ ਕਿ ਆਲੂ ਦਾ ਬੀਜ ਕਿਹੜਾ ਲਾਣਾ ਚਾਹੀਦਾ। ਅਗਰ ਅਸੀਂ ਪਿਛਲੀ ਸੂਰਤ ਹਾਲ ਨੂੰ ਦੇਖੀਏ ਨਾ, ਪਿਛਲੇ ਸਾਲ ਦੀ ਸੂਰਤ ਹਾਲ ਨੂੰ, ਤੇ ਸਫੈਦ ਆਲੂ ਵੀ ਬਿਹਤਰ ਰਿਹਾ ਹੈ ਔਰ ਸੁਰਖ ਆਲੂ ਬਹੁਤ ਅੱਛਾ ਰਿਹਾ ਹੈ। ਲੇਕਿਨ ਇਸ ਦਫਾ ਦੀ ਸੂਰਤ ਹਾਲ ਕੁਛ ਥੋੜੀ ਜੀ ਮੈਨੂੰ ਲੱਗ ਰਿਹਾ ਹੈ ਕਿ ਡਿਫਰੈਂਟ ਹੋਏਗੀ, ਕਿਉਂ ਪਿਛਲੇ ਸਾਲ ਐਕਸਪੋਰਟ ਕੋਈ ਬਹੁਤ ਅੱਛੀ ਨਹੀਂ ਹੋਈ ਆਲੂ ਦੀ ਔਰ ਸਾਡੀ ਜਿਹੜੀ ਨਾ ਵੈਸੇ ਆਲੂ ਦਾ ਰੇਟ ਬਿਹਤਰ ਹੀ ਰਿਹਾ, ਕਿਉਂਕਿ ਲੋਕਲ ਮਾਰਕੀਟ 'ਚ ਹੀ ਆਲੂ ਜਿਹੜਾ ਨਾ ਉਹ ਮਤਲਬ ਬਿਮਾਰੀ ਆ ਗਈ ਸੀ ਐਂਡ ਤੇ ਆ ਕੇ ਲੇਟ ਬਲਾਈਟ ਦੀ, ਤੇ ਉਹਦੀ ਵਜ੍ਹਾ ਤੋਂ ਲੋਕਲ ਮਾਰਕੀਟ ਦਾ ਹੀ ਆਲਮੋਸਟ ਜਿਹੜਾ ਨਾ ਜ਼ਰੂਰਤ ਪੂਰੀ ਹੋਈ ਹੈ। ਹੁਣ ਇਸ ਦਫਾ ਜਿੰਨੇ ਸੁਰਖ ਬੀਜ, ਖਾਸ ਤੌਰ ਤੇ ਨਵੇਂ ਬੀਜ ਜਿੰਨੇ ਆਮ ਹੋ ਗਏ ਨੇ ਨਾ, ਮੈਂ ਇਹ ਸਮਝਣਾ, ਇਹ ਗੱਲ ਲਿਖ ਲਓ ਕਿਤੇ ਨਾ ਕਿਤੇ, ਕਿ ਜਿਹੜਾ ਵੀ ਆਲੂ ਦਾ ਕਾਸ਼ਤਕਾਰ ਹੈ ਉਹ ਕਮ ਅਜ਼ ਕਮ ਅੱਧੇ ਆਲੂ ਸਫੈਦ ਲਾਵੇ ਔਰ ਅੱਧੇ ਆਲੂ ਜਿਹੜੇ ਨਾ ਸੁਰਖ ਵੈਰਾਈਟੀ ਲਾਵੇ। ਔਰ ਇਹਦੀ ਵਜ੍ਹਾ ਕੀ? ਇਹਦੀ ਵਜ੍ਹਾ ਇਹ ਆ ਕਿ ਐਕਸਪੋਰਟ ਦਾ ਇਸ ਦਫਾ ਮੈਨੂੰ ਅੱਲਾ ਦੇ ਘਰ 'ਚ 95% ਉਮੀਦ ਹੈ ਕਿ ਐਕਸਪੋਰਟ ਜਿਹੜੀ ਨਾ ਇਸ ਦਫਾ ਬਿਹਤਰ ਹੋਵੇਗੀ। ਔਰ ਸਫੈਦ ਆਲੂ ਦਾ ਰੁਝਾਨ ਇਸ ਦਫਾ ਵੈਸੇ ਵੀ ਫਾਰਮਰ ਦਾ ਕੰਮ ਹੈ ਔਰ ਸਫੈਦ ਆਲੂ ਘੱਟ ਕਾਸ਼ਤ ਹੋਣਾ ਹੈ ਔਰ ਐਕਸਪੋਰਟ ਦੇ ਵਿੱਚ ਸਫੈਦ ਆਲੂ ਜਾਂਦਾ ਹੈ। ਸੁਰਖ ਆਲੂ ਐਕਸਪੋਰਟ 'ਚ ਜਾਂਦਾ ਹੈ ਲੇਕਿਨ ਬਹੁਤ ਘੱਟ ਵੈਰਾਈਟੀਆਂ ਨੇ ਔਰ ਬਹੁਤ ਥੋੜੀ ਮਿਕਦਾਰ 'ਚ ਜਾਂਦਾ ਹੈ। ਇਸ ਲਈ ਆਲੂ ਦਾ ਬੀਜ ਮਤਲਬ ਸਫੈਦ ਲੈਣਾ ਚਾਹੀਦਾ ਜਾਂ ਸੁਰਖ ਲੈਣਾ ਚਾਹੀਦਾ, ਇਹ ਤਾਂ ਫੈਸਲਾ ਕਰ ਲਓ ਕਿ ਬੀਜ ਜਿਹੜਾ ਨਾ ਤੁਸੀਂ ਤਕਰੀਬਨ ਹਾਫ ਅੱਧਾ ਸਫੈਦ ਔਰ ਤਕਰੀਬਨ ਹਾਫ ਅੱਧਾ ਜਿਹੜਾ ਨਾ ਤੁਸੀਂ ਸੁਰਖ ਵੈਰਾਈਟੀ ਲਾਣੀ ਹੈ। ਇਹ ਮੈਂ ਇੱਕ ਅਲੱਗ ਵਲੌਗ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਕਿ ਜਿਹੜੀ ਸਫੈਦ ਵੈਰਾਈਟੀ ਲਾਣੀ ਹੈ ਅਗਰ ਤੇ ਕਿਹੜੀ ਲਾਣੀ ਹੈ ਔਰ ਸੁਰਖ ਵੈਰਾਈਟੀ ਅਗਰ ਲਾਣੀ ਹੈ ਤੇ ਕਿਹੜੀ ਲਾਣੀ ਹੈ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।